Hello students, today's lesson for electronics third semester. Subject name is EIM, that is electronic instruments and measurements. Your first chapter is basics of measurements. In this subject we will study about electronic instruments, what are the principle behind, and also measurements and their measuring methods. Let's begin with the first chapter, that is basics of measurements. What is measurement? It is a system that provides us information about physical value of some variable that is going to be measured. It means एक इस तरह ਦਾ ਸਿਸਟਮ ਹੈ ਜਿਸ ਦੀ ਹੈਲਪ ਦੇ ਨਾਲ ਆਪਾਂ ਕਿਸੇ ਵੀ ਕੁਆਂਟੀਟੀ ਨੂੰ, ਕੋਈ ਵੀ ਫਿਜ਼ੀਕਲ ਕੁਆਂਟੀਟੀ ਜਾਂ ਕਹ ਲਓ ਫਿਜ਼ੀਕਲ ਵੈਲਿਊ ਨੂੰ ਆਪਾਂ ਕੀ ਕਰ ਸਕਦੇ ਹਾਂ, ਮੈਜਰ ਕਰ ਸਕਦੇ ਹਾਂ। ਮੈਜਰ ਦਾ ਮਤਲਬ ਆਪਾਂ ਉਸ ਦੀ ਕੋਈ ਵੈਲਿਊ ਨੂੰ ਫਾਈਂਡ ਇਟ ਆਊਟ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਦਿਸ ਸਿਸਟਮ। In simple cases, the system can consist of only a single unit that gives an output, reading or signal according to the magnitude of unknown variable applied to it. ਜਿਹੜੇ ਸਿੰਪਲ ਕੇਸਿਸ ਹੁੰਦੇ ਆ ਉਸ ਦੇ ਵਿੱਚ ਕੀ ਕਰਦੇ ਆ, ਉਹਦੇ ਵਿੱਚ ਆਪਾਂ ਸਿਰਫ ਇੱਕੋ ਹੀ ਯੂਨਿਟ ਯੂਜ਼ ਕਰਦੇ ਆ। ਸਪੋਜ਼ ਕਰੋ ਆਪਾਂ ਕੀ ਲੈ ਲਈਏ, ਇੱਕ ਵੇਟ ਇੱਕ ਯੂਨਿਟ ਹੈ, ਠੀਕ ਹੈ। ਆਪਾਂ ਕੀ ਕਰਨਾ, ਇਸ ਕਿਸੇ ਕੁਆਂਟੀਟੀ ਨੂੰ ਮੈਜਰ ਕਰਨਾ। ਕੁਆਂਟੀਟੀ ਦਾ ਮਤਲਬ ਹੈ ਕਿ ਆਪਾਂ ਨੂੰ ਕੋਈ ਅਨਨੋਨ ਮਾਸ ਹੈ ਜਿਸ ਦੀ ਆਪਾਂ ਨੂੰ ਵੈਲਿਊ ਨਹੀਂ ਪਤਾ। ਜਦੋਂ ਆਪਾਂ ਉਸ ਨੂੰ ਮੈਜਰ ਕਰਾਂਗੇ ਤਾਂ ਉਸ ਦੀ ਜਿਹੜਾ ਵੇਟ ਹੈ ਉਸ ਦੇ ਵੀ ਯੂਨਿਟਸ kg ਹੀ ਹੋਣਗੇ, ਠੀਕ ਹੈ। ਇੱਕ ਸਾਈਡ ਦੇ ਉੱਤੇ ਆਪਾਂ ਵੇਟ ਰੱਖਾਂਗੇ kg, ਠੀਕ ਹੈ। ਦੂਸਰੀ ਸਾਈਡ ਦੇ ਉੱਤੇ ਵੀ ਆਪਾਂ ਉਸ ਨੂੰ ਮੈਜਰ ਕਰਾਂਗੇ, ਠੀਕ ਹੈ, ਕਿ ਕਿੰਨਾ ਉਸ ਦਾ ਵੇਟ ਹੈ। ਇਸ ਕਰਕੇ ਉਸ ਦੇ ਜਿਹੜੇ ਯੂਨਿਟਸ ਹੁੰਦੇ ਆ ਉਹ ਸੇਮ ਰਹਿੰਦੇ ਆ, ਜਿਸ ਤਰ੍ਹਾਂ ਆਪਣਾ ਉਹ ਸਟੈਂਡਰਡ ਆਪਾਂ ਯੂਜ਼ ਕੀਤਾ ਹੁੰਦਾ। ਸਟੈਂਡਰਡ ਦਾ ਮਤਲਬ ਇਹ ਹੈ ਜਿਸ ਤਰ੍ਹਾਂ ਕਿ 1 kg ਵੇਟ ਹੈ, 2 kg ਵੇਟ ਹੈ, ਠੀਕ ਹੈ। ਆਪਾਂ ਕੋ ਜਿਹੜੀ ਤਰਾਜੂ ਹੁੰਦੀ ਆ ਉਸ ਦੇ ਵਿੱਚ ਆਪਾਂ ਵੇਟਸ ਯੂਜ਼ ਕਰਦੇ ਹਾਂ ਟੂ ਮੈਜਰ ਅ ਕੁਆਂਟੀਟੀ। ਉਹ ਜਿਹੜੀ ਕੁਆਂਟੀਟੀ ਹੁਣ 1 kg ਹੈ, 1 kg ਕੀ ਹੈਗਾ, ਇੱਕ ਸਟੈਂਡਰਡ। 2 kg ਦਾ ਜਿਹੜਾ ਬ੍ਰਿਕ ਹੈ ਉਹ ਵੀ ਕੀ ਹੈਗਾ ਆ, ਸੇਮ ਚੀਜ਼, ਠੀਕ ਹੈ, ਉਹ ਸਟੈਂਡਰਡ ਹੈ। ਜਦੋਂ ਆਪਾਂ ਆਪਣੀ ਕੁਆਂਟੀਟੀ ਰੱਖਣੀ ਆਪਾਂ ਉਸ ਨੂੰ ਉਸ ਦੇ ਹਿਸਾਬ ਦੇ ਨਾਲ ਮੈਜਰ ਕਰ ਲੈਣਾ, ਠੀਕ ਹੈ। ਉਹ ਕਿੰਨੇ ਉਸ ਦਾ ਵੇਟ ਬਣਦਾ। ਉਹ ਜਿਹੜੀ ਅਨਨੋਨ ਕੁਆਂਟੀਟੀ ਆ ਉਸ ਨੂੰ ਆਪਾਂ ਕੀ ਕਹਿੰਦੇ ਆ, ਮੈਜਰੈਂਟ। ਉਸ ਨੂੰ ਆਪਾਂ ਮੈਜਰੈਂਟ ਵੀ ਬੋਲਦੇ ਆ, ਜਿਸ ਨੂੰ ਆਪਾਂ ਕੀ ਕਰਨਾ ਆ, ਮੈਜਰ। ਸੋ ਵਟ ਇਜ਼ ਅ ਇੰਸਟਰੂਮੈਂਟ? ਹੁਣ ਇੰਸਟਰੂਮੈਂਟ ਕੀ ਆ? ਇੰਸਟਰੂਮੈਂਟ ਇੱਕ ਡਿਵਾਈਸ ਆ ਜਿਸ ਦੀ ਹੈਲਪ ਦੇ ਨਾਲ ਆਪਾਂ ਉਸ ਕੁਆਂਟੀਟੀ ਨੂੰ ਕੀ ਕਰਦੇ ਆ, ਮੈਜਰ ਕਰਦੇ ਆ, ਠੀਕ ਹੈ। So instrument is a device or a mechanism used to determine the present value of the quantity under measurement. So measurement क्या बन गया फिर? The process of determining the amount, degree or capacity by comparison with the accepted standards of a system units being used. ਹੁਣੇ ਮੈਂ ਦੱਸਿਆ ਸੀ ਨਾ ਸਟੈਂਡਰਡਸ ਦਾ ਮਤਲਬ ਕੀ ਹੈ, ਇੱਕ ਫਿਕਸਡ ਹੈ। जो हम 1 kg है यानी वो 1 kg फिक्सड ही रहेगा कि 1 kg है तो 1 kg ही होएगा। आज इतने 1 kg है तो दूसरी स्टेट्स चले गया, तीसरी स्टेट्स, यानी वो एक स्टैंडर्ड बना दिता कि ये इन्ना इसकी अमाउंट इन्नी ही रहेगी। वो की हैगा अपना एक स्टैंडर्ड है। आपा की कर तो मेजरमेंट्स क्या बन गया, द प्रोसेस ऑफ डिटरमाइनिंग द अमाउंट, डिग्री और कैपेसिटी बाय कंपैरिजन विद accepted standards of system units being measured। ਇਸ ਦਾ ਮਤਲਬ ਕੀ ਆ ਕਿ ਜਿਹੜਾ ਮੈਜਰਮੈਂਟ ਕੀ ਬਣ ਗਿਆ ਹੈਗਾ, ਇੱਕ ਇਸ ਤਰ੍ਹਾਂ ਦਾ ਪ੍ਰੋਸੈਸ ਆ ਜਿਸ ਦੀ ਹੈਲਪ ਦੇ ਨਾਲ ਕੀ ਕਰ ਸਕਦੇ ਆ, ਆਪਾਂ ਅਨਨੋਨ ਵੈਲਿਊ ਨੂੰ ਫਾਈਂਡ ਕਰ ਸਕਦੇ ਆ ਬਾਈ ਦੀ ਕੰਪੈਰੀਜ਼ਨ ਵਿਦ ਦਾ ਸਟੈਂਡਰਡਸ ਹੁਣੇ ਦੱਸਿਆ ਸੀ, ਜਿਸ ਤਰ੍ਹਾਂ ਕਿ 1 kg weight ਹੈ, ਠੀਕ ਹੈ। ਉਹ ਕੀ ਹੈਗਾ, ਆਪਣਾ ਇੱਕ
स्टैंडर्ड, यानी वो अमाउंट फिक्सड रहेगी ओवरऑल द वर्ल्ड। ठीक है। ਨੈਕਸਟ ਕੀ ਹੈਗਾ ਮੈਜਰੈਂਟ। ਮੈਜਰੈਂਟ ਹੁਣੇ ਦੱਸਿਆ ਹੈ, ਜਿਹੜੀ ਆਪਾਂ ਕੁਆਂਟਿਟੀ ਨੂੰ ਮੈਜਰ ਕਰਨਾ ਉਸ ਨੂੰ ਕੀ ਕਹਾਂਗੇ ਆਪਾਂ, ਮੈਜਰੈਂਟਸ। ਨਾਓ ਦੇਅਰ ਆਰ ਟੂ ਮੈਥਡਸ ਆਫ ਮੈਜਰਮੈਂਟ। ਹੁਣ ਇਸ ਦੇ ਦੋ ਵੇ ਆ। ਠੀਕ ਹੈ। ਫਸਟ ਵਨ ਇਜ਼ ਆ ਡਾਇਰੈਕਟ, ਸੈਕਿੰਡ ਵਨ ਇਜ਼ ਆ ਇਨਡਾਇਰੈਕਟ। ਡਾਇਰੈਕਟ ਮੈਥਡ ਦੇ ਵਿੱਚ ਕੀ ਕਰਦੇ ਹਾਂ ਆਪਾਂ, ਵੀ ਡਾਇਰੈਕਟਲੀ ਕੰਪੇਅਰ ਕਰਦੇ ਹਾਂ ਆਪਣੀ ਕੁਆਂਟਿਟੀ ਨੂੰ ਵਿਦ ਦਾ ਸਟੈਂਡਰਡਸ। ਜਿਸ ਤਰ੍ਹਾਂ ਹੁਣੇ ਦੱਸਿਆ ਤਰਾਜੂ ਹੈ, ਤਰਾਜੂ ਦੇ ਇੱਕ ਸਾਈਡ 'ਤੇ ਵੇਟ ਰੱਖਾਂਗੇ, ਠੀਕ ਹੈ, ਉਸ ਦੇ ਅਨਨੋਨ ਵੈਲਿਊ ਨਾਲ ਰੱਖਾਂਗੇ, ਠੀਕ ਹੈ, ਦੋਨਾਂ ਨੂੰ ਕੰਪੇਅਰ ਕਰਾਂਗੇ ਅਤੇ ਕੈਲਕੂਲੇਟ ਕਰਾਂਗੇ। ਇਹਦਾ ਮਤਲਬ ਉਹਨਾਂ ਦੋਨਾਂ ਦੇ ਯੂਨਿਟਸ ਕੀ ਰਹਿਣਗੇ, ਸੇਮ। ਠੀਕ ਹੈ, ਉਹਨਾਂ ਦੇ ਯੂਨਿਟਸ ਕੀ ਰਹਿਣਗੇ, ਸੇਮ ਰਹਿਣਗੇ। ਇਹਦਾ ਮਤਲਬ ਉਹ ਕੀ ਬਣ ਗਿਆ, ਉਹਨਾਂ ਦਾ ਡਾਇਰੈਕਟ ਮੈਥਡ ਬਣ ਗਿਆ, ਡਾਇਰੈਕਟ ਰਿਲੇਸ਼ਨ ਹੋ ਗਿਆ। ਠੀਕ ਹੈ। ਹੁਣ ਨੈਕਸਟ ਕੀ ਹੈਗਾ, ਇਨਡਾਇਰੈਕਟ ਮੈਥਡ। ਹੁਣ ਇਨਡਾਇਰੈਕਟ ਮੈਥਡ ਦਾ ਕਿਆ ਮਤਲਬ ਹੈ, ਇਸ ਦੇ ਵਿੱਚ ਆਪਾਂ ਨੂੰ ਜਿਹੜੀ ਵੈਲਿਊ ਹੈ, ਠੀਕ ਹੈ, ਆਪਾਂ ਨੂੰ ਉਹਦੇ ਐਗਜ਼ੈਕਟ ਉਹਨੂੰ ਫਾਈਂਡ ਕਰਨ ਦਾ ਡਾਇਰੈਕਟ ਮੈਥਡ ਨਹੀਂ ਹੈਗਾ ਆਪਣੇ ਕੋਲ, ਉਹਦੇ ਲਈ ਕੋਈ ਡਾਇਰੈਕਟ ਮੈਥਡ ਪੋਸੀਬਲ ਹੀ ਨਹੀਂ ਹੈ। ਫੋਰ ਐਗਜ਼ਾਮਪਲ ਲੈ ਲਈਏ ਆਪਾਂ, ਜਿਵੇਂ ਕਿ ਸਪੀਡ, ਵੀ ਹੈਵ ਟੂ ਕੈਲਕੂਲੇਟ ਦਾ ਸਪੀਡ, ਬਟ ਆਪਾਂ ਨੂੰ ਕੀ ਪਤਾ ਹੈ, ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਸੋ ਇਹਦਾ ਮਤਲਬ ਆਪਾਂ ਨੂੰ ਕੀ ਪਤਾ, ਉਹਨਾਂ ਦੇ ਵਿਚਕਾਰ ਰਿਲੇਸ਼ਨ ਪਤਾ ਹੈ। ਠੀਕ ਹੈ। ਜਿਸ ਤਰ੍ਹਾਂ ਕਿ ਡਿਸਟੈਂਸ ਹੈ, ਦੂਸਰਾ ਕੀ ਹੈਗਾ ਆਪਣੇ ਕੋਲ, ਟਾਈਮ। ਇਸ ਦਾ ਮਤਲਬ ਕਿ ਆਪਾਂ ਡਿਸਟੈਂਸ ਮੈਜਰ ਕਰਦੇ ਵਿਦ ਦਾ ਹੈਲਪ ਆਫ ਸਕੇਲਸ। ਠੀਕ ਹੈ। ਟਾਈਮ ਮੈਜਰ ਕਰ ਸਕਦੇ ਹਾਂ ਆਪਾਂ। ठीक है। उसी तरह जिस तरह ये दोनों क्वांटिटीज़ आपको आ जाएगी, then we will able to calculate the value of speed by indirect way। ठीक है। ਇਹਦਾ ਮਤਲਬ ਆਪਾਂ ਨੂੰ ਕੀ ਪਤਾ ਸੀ, ਉਹਨਾਂ ਦੇ ਵਿਚਕਾਰ ਰਿਲੇਸ਼ਨ ਪਤਾ ਸੀ, ਜਿਸ ਦੀ ਹੈਲਪ ਦੇ ਨਾਲ ਆਪਾਂ ਕੀ ਫਾਈਂਡ ਆਊਟ ਕਰ ਲਈ, ਸਪੀਡ। दैट इज स्पीड इज इक्वल टू डिस्टेंस अपॉन टाइम। नेक्स्ट क्या है, स्टैटिक कैरेक्टरिस्टिक्स ऑफ एन इंस्ट्रूमेंट। सो स्टैटिक characteristics ਜਿਹੜੇ instruments they are accuracy, precision, repeatability, reproducibility, tolerance, range or span, linearity, sensitivity, threshold, resolution, hysteresis effects, dead space। ठीक है। they are static characteristics of an instrument, ਜਿਸ ਦੇ ਬਾਰੇ ਆਪਾਂ further study ਕਰਾਂਗੇ। सो फर्स्ट वन की सीगा अपना एक्यूरेसी। ठीक है। एक्यूरेसी का क्या मतलब है, द डिग्री ऑफ एग्जैक्टनेस ऑफ अ मैजरमेंट कंपेयर टू एक्सपैक्टेड वैल्यू। ਇਹਦਾ ਮਤਲਬ ਕੀ ਹੈਗਾ, ਆਪਾਂ ਨੂੰ ਕੋਈ ਕੁਆਂਟਿਟੀ ਸੀ ਜਿਸ ਦੀ ਆਪਾਂ ਨੂੰ ਵੈਲਿਊ ਪਤਾ ਸੀ, ਜਦੋਂ ਆਪਾਂ ਉਸ ਨੂੰ ਮੈਜਰ ਕੀਤਾ ਤਾਂ ਆਪਾਂ ਦੇਖਣਾ ਕਿ ਉਹ ਕਿੰਨਾ ਆਪਣਾ ਇਨਸਟਰੂਮੈਂਟ ਉਸ ਵੈਲਿਊ ਦੇ ਕਲੋਜ਼ ਆ ਗਿਆ ਜਦੋਂ ਆਪਾਂ ਉਸ ਨੂੰ ਮੈਜਰ ਕੀਤਾ। ਇਹਦਾ ਮਤਲਬ ਜਿਹੜੀ ਕਿੰਨੀ क्लोज वैल्यू अपने इंस्ट्रूमेंट ने मैजर की थी। ठीक है। दैट इज़ द एक्यूरेसी। सो इसी करके लिखा है द डिग्री ऑफ एग्जैक्टनेस, मतलब कि कितना वो क्लोज आ गया। द एक्यूरेसी ऑफ एन इंस्ट्रूमेंट इज मेजर्ड ऑफ हाउ क्लोज द आउटपुट रीडिंग ऑफ अ इंस्ट्रूमेंट इज टू द करैक्ट वैल्यू। ठीक है। कि कितना उस करैक्ट वैल्यू दे वो करीब उसनू मैजर कर पाया, उसनू की कहते हैं आप उसकी एक्यूरेसी। सो नैक्सट की हैगा आ प्रिसीजन। प्रिसीजन का क्या मतलब है, ये थोड़ा जिहा उस तो अलग हुंदा। इससे मतलब की आ कि आपां उस दे विच रैंडमली नंबर ऑफ टाइम्स मैजरमेंट्स करनी है। ठीक है। आपां रैंडमली उस दे विच की करनी है, नंबर ऑफ टाइम्स मैजरमेंट्स करनी। सो प्रिसीजन इज द टर्म दैट डिस्क्राइब्स एन इंस्ट्रूमेंट्स डिग्री ऑफ फ्रीडम फ्रॉम रैंडम एरर्स। ਆਪਾਂ ਕੀ ਕੀਤਾ, ਇਸ ਦਾ ਮਤਲਬ ਕਿ ਕਿੰਨੀ ਵਾਰ ਆਪਾਂ ਉਸ 'ਤੇ ਡਿਗਰੀ ਆਫ ਫਰੀडम मतलब ਆਪਾਂ ਨੂੰ ਉਸ ਨੂੰ ਫਰੀडम ਦਿੱਤੀ फ्रॉम अ रैंडम एरर्स कि ਇੰਨੀਆਂ ਕੋ ਕਰ ਸਕਦਾ। ਇਸ ਦਾ ਮਤਲਬ ਕਿ ਥੋੜ੍ਹੀਆਂ ਜਿਹੀਆਂ ਐਰਰਸ ਉਸ ਦੇ ਵਿੱਚ ਪ੍ਰੋਡਿਊਸ ਉਹ ਕਰ ਸਕਦਾ। ਇਹਦਾ ਮਤਲਬ ਉਸ ਨੂੰ ਇੰਨੀ ਕੁ ਅਲਾਉਡ ਆ। ਠੀਕ ਹੈ। ਕਿ ਇੰਨੇ ਕੁ ਉੱਪਰ ਥੱਲੇ ਵੈਲਿਊ ਕਰ ਸਕਦਾ, ਬਟ ਉਸ ਤੋਂ ਜੇ ਜ਼ਿਆਦਾ ਹੋ ਜਾਵੇ ਇਹਦਾ ਮਤਲਬ ਉਹ ਪ੍ਰੀਸਾਈਜ਼ ਨਹੀਂ ਹੈਗਾ। ਠੀਕ ਹੈ। ਉਹਦੀ ਪ੍ਰੈਸੀਜਨ ਦੀ ਵੈਲਿਊ ਫਿਰ ਉਹ ਘੱਟ ਹੋਏਗੀ। if a large number of readings are taken from the same quantity by a high precision instrument। ਜੇਕਰ ਆਪਾਂ ਨੰਬਰ ਆਫ, ਇਹਦਾ ਮਤਲਬ ਲਾਰਜ ਨੰਬਰ ਆਫ ਰੀਡਿੰਗਸ ਆਪਾਂ ਉਸ ਦੇ ਵਿੱਚ ਲਈਆਂ ਇੱਕ ਸੇਮ ਕੁਆਂਟਿਟੀ ਦੀ, ਠੀਕ ਹੈ, ਤਾਂ ਉਹਦੀ ਪ੍ਰੈਸੀਜਨ ਹਾਈ ਹੋਊਗੀ। ਅਗਰ ਉਹਦੇ ਵਿਚਕਾਰ ਜੋ ਵੇਰੀਏਸ਼ਨ ਹੈ ਤਾਂ ਸਪਰੈਡ ਆਫ ਰੀਡਿੰਗਸ, ਇਹਦਾ ਮਤਲਬ ਜਿਹੜਾ ਉਹ ਵੇਰੀਏਸ਼ਨ ਹੈ ਉਹ ਕੀ ਹੈਗਾ ਹੈ, ਸਮਾਲ ਹੈ। ਠੀਕ ਹੈ। ਇਹਦਾ ਮਤਲਬ ਕੀ ਆ, ਉਹ ਜਿਹੜੀਆਂ ਰੀਡਿੰਗਸ ਆ ਉਹ ਸਾਰੀਆਂ ਹੀ
क्लोज आणगियां, ठीक है। वो सारिया रीडिंग्स की आणगियां क्लोज, उन्होंने विचकार ज़्यादा डिफरेंस नहीं होना चाहिए। अगर वो ज़्यादा डिफरेंस आ जाता है, यदा मतलब जोड़ा अपना इंस्ट्रूमेंट है उसकी प्रसीजन की वैल्यू लो है, यदा मतलब वो सही नहीं है, ठीक है। नैक्सट की है रिपीटेबिलिटी। रिपीटेबिलिटी का मतलब की है कि आपां की करना, आपां अपने इंस्ट्रूमेंट के उत्ते बार बार मैजरमेंट करनी अंडर अ सेम कंडीशन, ठीक है। बस यही इसके डिफरेंस है। इसके जड़ियाँ इन्वायरमेंटल कंडीशनस आ वो सारियां की रहनगियां सेम। सो चलो आप रीड करते हैं। रिपीटेबिलिटी डिस्क्राइब्स द क्लोजनेस ऑफ आउटपुट रीडिंग्स व्हेन द सेम इनपुट इज़ अप्लाइड रैपीटेटिवली। ਇਹਦਾ मतलब कि ਆਪਾਂ एक क्वांटिटी ਲਈ जिसनों आप उस सेम क्वांटिटी ਨੂੰ बार-बार मैजर किया ओवर अ शॉर्ट पीरियड ऑफ टाइम विद द सेम मेजरमेंट कंडीशंस, सेम इंस्ट्रूमेंट एंड ऑब्जर्वर, सेम लोकेशन एंड सेम कंडीशंस ऑफ यूज मेनटेन्ड थ्रू आउट। ਇਹਦਾ मतलब ਕੀ ਹੈ कि ਜਿਹੜੀਆਂ कंडीशंस ਰਹਿਣਗੀਆਂ ਉਹ सेम ਰਹਿਣਗੀਆਂ, ठीक है। उस प्रोसैस ਨੂੰ ਕੀ ਕਹਿੰਦੇ ਆਪਾਂ रिपीटेबिलिटी। सो नैक्सट क्या है रीप्रोड्यूसिबिलिटी। इस दे विच की हुंदा कि आपां उसदे विच चेंजिस लिआंदे आ इन्ना कंडीशनस, ठीक है। जिहड़ियां कंडीशनस है उस दे विच की लैके आंदे आपां चेंजिस। सो यही इस दे विच डिफरेंस हुंदा रिपीटेबिलिटी रिप्रोड्यूसिबिलिटी। मैक्सीमम स्टूडेंट कन्फ्यूज हो जाते हैं। सो कन्फ्यूज नहीं होना हैगा, याद रखना कि जिहड़ा रीप्रोड्यूसिबिलिटी आ उस दे विच आपां कंडीशनस नूं की करना आ चेंज करना। सो लिसन, चलो आप आगे रीड करते हैं। रिप्रोड्यूसिबिलिटी डिस्क्राइब्स द क्लोजनेस ऑफ आउटपुट रीडिंग्स फॉर द सेम इनपुट व्हेन देयर आर चेंजेस इन द मेथड ऑफ मेजरमेंट, ऑब्जर्वर, मेजरिंग इंस्ट्रूमेंट, लोकेशन, कंडीशंस ऑफ यूज एंड टाइम ऑफ मेजरमेंट। इसका मतलब कि आप उसदियाँ कंडीशंस जिहड़ियां वो चेंज कर दी हैं, ठीक है। इंस्ट्रूमेंट भी आप चेंज कर सकते हैं, ठीक है। मेजरिंग इंस्ट्रूमेंट भी आप चेंज कर सकते हैं। जिस तरह की वेइंग मशीन है, ठीक है, वेट मेजर करने वाली मशीन है, आप कोई होर वेट कर मशीन यूज़ कर सकते हैं सेम टाइप की, ठीक है। हुण की ऑब्जर्वर भी चेंज कर सकते हैं वन साइड तो अनदर साइड तो, इस तरह एक डायरैक्शन तो सैकेंड डायरैक्शन तो। इसका मतलब आप की कर रहे हैं उसदियाँ कंडीशनस नूं चेंज करिए। नैक्सट क्या है टॉलरेंस। टॉलरेंस का मतलब की है कि कितनी मैक्सिमम एरर एक्सेप्टेबल आ, ठीक है। हम देखो टॉलरेंस इज़ अ टर्म दैट इज़ अ क्लोजली रिलेटेड टू द एक्यूरेसी एंड डिफाइंस द मैक्सिमम एरर दैट इज़ एक्सपैक्टेड इन सम वैल्यू। ਇਹਦਾ मतलब कोई वैल्यू है उसके एक्सपैक्टेड है कि थोड़ी बहुत ही एरर हो सकती है, ठीक है। ਇਹਦਾ मतलब कि मैक्सिमम किन्नी एरर अपने कोल आ सकती है दैट इज़ एक्सपैक्टेड इन अ मेजरमेंट, ठीक है। उसनों की कहते हैं आप उसकी टॉलरेंस। एक कुछ ज़्यादा भी हो सकती थोड़ी वैल्यू, थोड़ी घट भी हो सकती है। इसका मतलब उसदे विच जो आप मेजरिंग करांगे उसदे विच कुछ ना कुछ थोड़ी बहुत चेंजिस आ सकती है जो आप किसी क्वांटिटी नूं मेजर करांगे। उसका वेट थोड़ा जिहा अप भी हो सकता, थोड़ा जिहा डाउन भी हो सकता, ठीक है। उसकी जिहड़ा मैक्सीमम एरर उहदी अप हुंदी है, ठीक है, कि किन्नी क मैक्सीमम एरर उस इंस्ट्रूमेंट अप दिखा सकता, ठीक है, किन्नी मिनीमम लो दिखा सकता वैल्यू, ठीक है, किन्नी घट दिखा सकता उस एग्जैक्ट वैल्यू तो, उसनों की कहते हैं आप उसकी टॉलरेंस। नैक्सट क्या है रेंज। द रेंज और स्पैन, इनू स्पैन भी कह देते हैं। रेंज और स्पैन ऑफ एन इंस्ट्रूमेंट डिफाइंस द मिनिमम एंड मैक्सिमम वैल्यू ऑफ क्वांटिटी दैट इंस्ट्रूमेंट इज़ डिजाइन टू मैजर। ਇਹਦਾ मतलब ਜਿਹੜਾ अपना इंस्ट्रूमेंट है वो किन्नी मैक्सिमम वैल्यू मैजर कर सकता है, किन्नी मिनिमम वैल्यू मैजर कर सकता, उसकी की बन जाती है रेंज। वो की बन जाती है उसकी रेंज। सो नैक्सट क्या है लीनियरिटी। लीनियरिटी का मतलब की है कि ਜਿਹੜੀ अपनी इनपुट है वो की है डायरैक्टली प्रोपोर्शनल टू द आउटपुट। ਇਹਦਾ मतलब जिमें जिमें इनपुट ਆਪਾਂ इनक्रीज़ करांगे ਜਿਹੜੀ आउटपुट है वो भी उसके नाल चेंज होएगी। ਜਿਹੜਾ ਉਹਨਾਂ ਦੇ ਵਿਚਕਾਰ ग्राफ होएगा लीनियर होएगा। लीनियर एक स्ट्रेट लाइन की तरह ਹੁੰਦਾ है, ठीक है। उसनों की कहते ਆਪਾਂ लीनियर ग्राफ्स। नेक्स्ट इज सेंसिटिविटी। सेंसिटिविटी की है
The sensitivity of measurement is a measure of the change in instrument output that occurs when the quantity being measured changes by a given amount. Thus, sensitivity is the ratio of scale deflection over value of measurement producing डिफਲैक्शन। इसका मतलब क्या ਹੁੰਦਾ ਹੈਗਾ कि किन्ना अपना ਜਿਹੜਾ ਇਨਸਟਰੂਮੈਂਟ ਆ ਉਹ ਸੈਂਸਿਟਿਵ ਹੈ। ਇਹਦਾ ਮਤਲਬ ਜਦੋਂ ਆਪਾਂ ਕੋਈ ਇਨਪੁਟ ਉਸ ਦੇ ਵਿੱਚ ਇੰਸਟਰੂਮੈਂਟ ਦੇ ਉੱਤੇ ਰੱਖੀ ਦੈਨ ਆਪਣੇ ਜਿਹੜੇ ਆਊਟਪੁੱਟ ਕਿੰਨੀ ਆਪਾਂ ਨੂੰ ਆਊਟਪੁੱਟ ਨਜ਼ਰ ਆਈ ਕਿ ਕਿੰਨਾ ਉਸਨੇ ਉੱਤੇ ਚੇਂਜ ਹੋਈ, ਠੀਕ ਹੈ, ਕਿੰਨਾ ਉਸ ਦੇ ਵਿੱਚ ਚੇਂਜ ਆਇਆ ਆਪਣੇ ਇੰਸਟਰੂਮੈਂਟ ਦੇ ਵਿੱਚ ਜਦੋਂ ਆਪਾਂ ਕੀ ਕੀਤਾ, ਇਨਪੁੱਟ ਕੀਤਾ, ਠੀਕ ਹੈ। ਇਹਦਾ ਮਤਲਬ ਜਿਹੜੀ ਕੁਆਂਟਿਟੀ ਆਪਾਂ ਮੈਜਰ ਕਰਨੀ ਆ, ਜਦੋਂ ਹੀ ਆਪਾਂ ਉਸ ਦੇ ਵਿੱਚ ਆਪਾਂ ਉਸ ਮੈਜਰਡ ਕੁਆਂਟਿਟੀ ਜਿਹੜੀ ਆਪਾਂ ਮੈਜਰ ਕਰਨੀ ਹੈ ਉਸ ਕੁਆਂਟਿਟੀ ਨੂੰ ਆਪਾਂ ਰੱਖਾਂਗੇ, ਠੀਕ ਹੈ। ਉਸ 'ਤੇ ਜਿਹੜਾ ਇੰਸਟਰੂਮੈਂਟ ਆ ਉਹ ਕੀ ਪ੍ਰੋਡਿਊਸ ਕਰੇਗਾ, ਕੁਛ ਡਿਫਲੈਕਸ਼ਨ ਪ੍ਰੋਡਿਊਸ ਕਰੇਗਾ। ਜਿਹੜੀ ਉਹ ਚੇਂਜ ਜਿਹੜੀ ਉਹ ਡਿਫਲੈਕਸ਼ਨ ਆਏਗੀ ਅਪੋਨ ਉਸ ਦੀ ਜਦੋਂ ਆਪਾਂ ਉਸ ਮੈਜਰੈਂਟ ਜਿਹੜੀ ਆਪਣਾ ਮੈਜਰੈਂਟ ਹੈ ਉਸ ਦੀ ਵੈਲਿਊ दैट प्रोड्यूसिंग दी डिफ्लेक्शन। जी नेक्स्ट क्या है, थ्रेशोल्ड। इफ द इनपुट टू एन इंस्ट्रूमेंट इज ग्रेजुअली इंक्रीज्ड फ्रॉम जीरो, द इनपुट विल हैव टू ईच a certain minimum level before the change in the instrument output reading is of large enough magnitude to be detectable. This minimum level of input is known as threshold of the इंस्ट्रूमेंट। इसका क्या मीनिंग है कि मिनिमम वैल्यू रिक्वायर्ड टू शो द डिफ्लैक्शन ऑन द इंस्ट्रूमेंट, ठीक है। वो जी मिनिमम वैल्यू है वो तो चाहिए है, अगर उस मिनिमम लैवल तक नहीं आवांगे तो अपने कोल कोई भी रीडिंग नहीं आएगी। और जी मिनिमम लैवल ऑफ इनपुट दैट इज़ रिक्वायर्ड, जी कि बहुत ही ज़्यादा जरूरी है, रिक्वायर्ड कि जो कि अपना इंस्ट्रूमेंट क्या शो कर सके, डिफ्लैक्शन शो कर सके, ठीक है। उसनों की कहते आपां थ्रैशहोल्ड। नेक्स्ट क्या है, रेजोल्यूशन। व्हेन एन इंस्ट्रूमेंट इज शोइंग अ पर्टिकुलर आउटपुट रीडिंग, देयर इज अ लोअर लिमिट ऑन द मैग्नीट्यूड ऑफ द चेंज इन द इनपुट मेजरेंट क्वांटिटी that produces an observable change in the instrument output. Like threshold, resolution is sometimes specified as an absolute value. One of the major factor influencing the resolution of an instrument is how finally its output scale is divided into subdivisions. बस इनू ਆਪਾਂ एकदम सेम ही लवांगे एज अ थ्रैशहोल्ड। बस फर्क की हैगा कि ये एक तो दूसरे डिवीजन तक भी है सारे स्केल दे विच, ठीक है। जिस तरह की कि ਆਪਾਂ ਨੂੰ ਕੀ ਚਾਹੀਦੀ ਆ, ਲੋਅਰ ਲਿਮਿਟ ਚਾਹੀਦੀ ਹੈ ਕਿਸ ਦੀ, ਉਸ ਦੀ ਕੁਆਂਟਿਟੀ ਦੀ ਮੈਗਨੀਟਿਊਡ ਦੀ, ਠੀਕ ਹੈ। ਜਿਸ ਦੇ ਨਾਲ ਜਦੋਂ ਆਪਾਂ ਉਹਨੂੰ ਇਨਪੁੱਟ ਕਰਾਂਗੇ ਤੇ ਉਹ ਆਪਣੇ ਕੋਲ ਕਿਆ ਸ਼ੋ ਕਰੇ, ਡਿਫਲੈਕਸ਼ਨ, ਠੀਕ ਹੈ। ਸਪੋਜ਼ ਕਰੋ ਫਸਟ ਡਿਫਲੈਕਸ਼ਨ, ਨੈਕਸਟ ਸੈਕਿੰਡ, ਨੈਕਸਟ ਥਰਡ, ਦੈਟ ਇਜ਼ ਅ ਰੈਜ਼ੋਲੂਸ਼ਨ। ਉਹ ਜਿਹੜਾ ਬਣ ਗਿਆ ਉਹਨਾਂ ਦੇ ਵਿੱਚ ਇੱਕ ਯੂਨਿਟ, ਸੈਕਿੰਡ ਯੂਨਿਟ, ਥਰਡ ਯੂਨਿਟ, ਉਹ ਸਾਰੇ ਨੂੰ ਕੀ ਕਹਿੰਦੇ ਆਪਾਂ, ਰੈਜ਼ੋਲੂਸ਼ਨ। ਉਸ ਸਾਰੇ ਨੂੰ ਕੀ ਕਹਿੰਦੇ ਆ, ਰੈਜ਼ੋਲੂਸ਼ਨ, ਠੀਕ ਹੈ। ਯਾਨੀ ਕਿ ਇੱਕ ਪੂਰਾ ਸਕੇਲ ਬਣ ਜਾਂਦਾ। ਜਿਸ ਤਰ੍ਹਾਂ ਕਿ ਆਪਣੇ ਕੋਲ ਮਲਟੀਮੀਟਰ ਹੁੰਦਾ ਨਾ, ਉਸ ਦੇ ਵਿੱਚ ਲਾਈਨਸ ਲੱਗੀਆਂ ਹੁੰਦੀਆਂ ਸਮਾਲ ਯੂਨਿਟਸ ਦੀਆਂ, ਠੀਕ ਹੈ। ਫਿਰ ਬੜੀ ਹੋ ਜਾਂਦੀ, ਉਹ ਜਿਹੜੀ ਸਮਾਲ ਯੂਨਿਟ ਹੈ ਉਹ ਸਾਰੇ ਕੀ ਹੈ, ਰੈਜ਼ੋਲੂਸ਼ਨ। ਨੈਕਸਟ क्या है, हिस्टेरेसिस। ये हिस्टेरेसिस एक इफेक्ट है, ठीक है। इसनों समझने लिए पहला इसकी डायग्राम देखनी। दिस इज द इसके characteristics, this is instrument characteristics with hysteresis. This mainly occurs in instruments which uses ring springs, ठीक है। जिन्हां दे विच ज़्यादातर springs ਹੁੰਦੇ ਆ, ਉਹਨਾਂ ਦੇ ਵਿੱਚ ਇਹ मेनली occurs ਕਰਦੀ ਆ, ठीक है। So here देखो in figure 1.5 illustrates the output characteristics of an instrument that exhibits hysteresis. If the input measured quantity to the instrument is steadily increased from a negative value, the output reading varies in the manner shown in a curve, ठीक है। ਹੁਣ ਆਪਾਂ ਕੀ ਕਰ ਰਹੇ ਹਾਂ, ਆਪਾਂ ਇੱਧਰ ਮੈਜਰੈਂਟ ਦੀ ਵੈਲਿਊ ਇਨਕਰੀਜ਼ ਕਰ ਰਹੇ ਹਾਂ ਇਨ ਸ਼ਾਰਟ, ਠੀਕ ਹੈ। ਆਪਾਂ ਕੀ ਕਰ ਰਹੇ ਹਾਂ, ਮੈਜਰੈਂਟ ਦੀ ਵੈਲਿਊ ਇਨਕਰੀਜ਼ ਕਰ ਰਹੇ ਹਾਂ, ਨਾਲ ਕੀ ਆਣੀ ਆ, ਆਪਣੀ ਆਊਟਪੁੱਟ, ਠੀਕ ਹੈ। ਹੁਣ ਉਹ ਕੀ ਕਹਿੰਦਾ, ਆਪਾਂ ਕੀ ਕੀਤਾ, ਉਸ ਨੂੰ ਨੈਗੇਟਿਵ ਡਾਇਰੈਕਸ਼ਨ ਦੇ ਵਿੱਚੋਂ
ਕਰਵ ਸਟਾਰਟ ਕੀਤੀ, ਠੀਕ ਹੈ। ਇਹਦਾ ਮਤਲਬ ਨੈਗੇਟਿਵ ਡਾਇਰੈਕਸ਼ਨ ਤੋਂ ਆਪਾਂ ਵੈਲਿਊ ਉਸ ਦੇ ਵਿੱਚ ਪੁੱਟ ਕਰਨਾ ਸ਼ੁਰੂ ਕੀਤਾ। ਜਦੋਂ ਆਪਾਂ ਨੈਗੇਟਿਵ ਪੁੱਟ ਕਰਨਾ ਸ਼ੁਰੂ ਕੀਤਾ ਤਾਂ ਦੇਖੋ ਇੱਧਰ ਗ੍ਰਾਫ ਜਿਹੜਾ ਨੀਚੇ ਵਾਲਾ ਇਹ ਵਾਲੀ, ਇਹ ਦੇਖੋ ਆ ਜਿਹੜਾ ਗ੍ਰਾਫ ਹੈ ਇਹ ਕਿਹੜੀ ਹੈਗੀ ਆ, ਪਹਿਲੀ ਕਰਵ। ਇਹ ਕੀ ਹੈਗੀ ਆ, ਫਸਟ ਕਰਵ ਇਸ ਤਰ੍ਹਾਂ ਗਈ, ਠੀਕ ਹੈ। ਐਂਡ ਦੈਨ ਇਹ ਜਿਹੜੀ ਕਰਵ ਏ ਆ, ਇਹ ਇੱਕ ਐਸੀ ਵੈਲਿਊ ਹੋਏਗੀ ਮੈਜਰੈਂਟ ਦੀ ਜਿੱਥੇ ਜਾ ਕੇ ਇਹ ਕਰਵ ਸਟ੍ਰੇਟ ਹੋ ਜਾਏਗੀ, ਕਿਉਂਕਿ ਆਪਣੇ ਇੰਸਟਰੂਮੈਂਟ ਦੀ ਲਿਮਿਟਸ ਕਿ ਇੰਨੀ ਹੀ ਉਹ ਮੈਕਸਿਮਮ ਰੀਡ ਕਰ ਸਕਦਾ, ਠੀਕ ਹੈ। ਜਦੋਂ ਆਪਾਂ ਉੱਥੇ ਆ ਜਾਵਾਂਗੇ ਫਿਰ ਕੀ ਕਰਨਾ, ਆਪਾਂ ਉਹੀ ਚੀਜ਼ ਆਪਾਂ ਕੀ ਕਰਨਾ ਸ਼ੁਰੂ ਕਰ ਦੇਣਾ, ਆਪਣੇ ਜਿਹੜਾ ਮੈਜਰੈਂਟ ਹੈ ਉਹਦੀ ਵੈਲਿਊ ਘਟਾਉਣੀ ਸ਼ੁਰੂ ਕਰ ਦੇਣੀ ਇਨ ਨੈਗੇਟਿਵ ਡਾਇਰੈਕਸ਼ਨ ਆਲਸੋ। ਜਦੋਂ ਹੀ ਆਪਾਂ ਉਸ ਦੀ ਵੈਲਿਊ ਘਟਾਵਾਂਗੇ ਉਸਨੇ ਉਹ ਸੇਮ ਪਾਥ ਟਰੇਸ ਨਹੀਂ ਕਰਨਾ, ਠੀਕ ਹੈ। ਫਿਰ ਉਹਨੇ ਕਰਵ ਕਿਹੜੀ ਸ਼ੋ ਕਰਨੀ, ਕਰਵ ਬੀ। ਉਹਨੇ ਕਿਹੜੀ ਕਰਵ ਸ਼ੋ ਕਰਨੀ ਹੈ, ਕਰਵ ਬੀ ਆ ਵਾਲੀ, ਠੀਕ ਹੈ। ਜਦੋਂ ਹੀ ਕਰਵ ਬੀ ਆਇਆ ਉਹ ਕੀ ਹੋਏਗਾ, ਆਊਟਪੁੱਟ ਆਪਾਂ ਕੀ ਕੀਤਾ, ਉਸ ਮੈਜਰੈਂਟ ਦੀ ਵੈਲਿਊ ਨੂੰ ਗ੍ਰੈਜੂਅਲੀ ਡਿਕਰੀਜ਼ ਕੀਤਾ, ਉਹ ਇੱਥੇ ਆ ਕੇ ਰੁਕ ਜਾਏਗੀ, ਠੀਕ ਹੈ। ਆ ਦੇਖੋ ਇੱਥੇ ਇੱਕ ਪੁਆਇੰਟ ਬਣੇਗਾ, ਇੱਥੇ ਦੇਖੋ ਆ ਵਾਲਾ, ਠੀਕ ਹੈ, ਜਿੱਥੇ ਲਿਖਿਆ ਹੈ। ਹੁਣ ਦੇਖੋ ਆउटपुट की वैल्यू क्या आ गई, इतने मैक्सिमम आउटपुट डिस्टेंस है। ये जी करव आ ये आउटपुट रीडिंग दे नाल कट कर रही है इतने। हुण की आ हौली हौली नीचे आ गया, ठीक है। एंड इसी तरह मैक्सिमम मिनिमम अपने आउटपुट सेट हो जाएगी, ठीक है। मैक्सिमम आउटपुट इनपुट सेट हो जाएगी। आ देखो आ एक पॉइंट बन गया, आ जिहड़ा पॉइंट है ये की कर रहा, ये आउटपुट रीडिंग नूं कट कर रहा, ठीक है। हुण इधर देखो ये जो आपां इस सेम कर्व होनी चाहिए सी जो आपां मैजरेंट वैल्यू दी डिक्रीज़ करना शुरू किया। इसदा मतलब वो सेम कर्व नहीं बनाया, ठीक है। इसदा मतलब उसदे विच चेंज आया, ठीक है। एक आ पॉइंट है, एक आ पॉइंट है, ठीक है। ये की हैगा आ, हुण आपां वैल्यूज़ दी की करती है नैगेटिव डायरैक्शन च लैके जानी शुरू कर दी एंड दैन अगेन इत्थे आके वो स्टॉप कर गया, ठीक है। हुण की होया, जिहड़ियां वैल्यूज़ है किहड़ी मैक्सिमम आउटपुट हिस्टैरिसिस, हेयर भी एक वैल्यू आ गई मैक्सिमम इनपुट हिस्टैरिसिस। आ जिहड़ी अपने आउटपुट तो नैगेटिव डायरैक्शन दे विच जदों आपां करदे हां, ठीक है, वो वैल्यू आंदी है उसनूं की कहंदे आपां मैक्सिमम आउटपुट हिस्टैरिसिस। जिहड़ी अपनी कर्व जदों आपां नैगेटिव तो स्टार्ट करांगे उसनूं की कहंदे आपां आ वाली इस डायरैक्शन में, इसनूं की कहंदे आ मैक्सिमम इनपुट हिस्टैरिसिस, ठीक है। जिहड़ी आ इन्हां दे विचकार है ये की हैगी अपने को डैड स्पेस, ਇਹਦੇ ਵਿੱਚ ਆਪਾਂ को कोई भी रीडिंग नहीं आई। जो ਆਪਾਂ ਇੱਥੇ ਆਪਾਂ स्टार्ट करना शुरू किया ਇਹਨੂੰ ग्रैजुअली इंक्रीज करना, पर अपने को आउटपुट रीडिंग की वैल्यू क्या रही, स्ट्रेट। इसनों की कहते ਆਪਾਂ डेड स्पेस। ਜਿਹੜਾ आ इफेक्ट है इस इफेक्ट ਨੂੰ की कहते ਆਪਾਂ हिस्टैरिसिस। चलो So if the input variable is then steadily decreased, the output varies in the manner shown in a curve, ठीक है। जिस the no coincide between these loading and unloading curves is known as hysteresis, ठीक है। इन्हां दे विचकार ਜਿਹੜਾ ਇਹਨਾਂ ਨੂੰ ਮੈਚ नहीं करता, ਇਹਦੀ ਜਿਹੜੀ ਕਰਵ ਸ਼ੋ ਕਰਨਾ ਇਹਨੂੰ ਕੀ ਕਹਿੰਦੇ ਆਪਾਂ ਹਿਸਟੈਰਿਸਿਸ। ਨੈਕਸਟ ਕੀ ਹੈ ਡੈਡ ਸਪੇਸ। ਡੈਡ ਸਪੇਸ ਤੇ ਦੱਸਿਆ ਦਿੱਤਾ ਹੈ ਕਿ ਡੈਡ ਸਪੇਸ ਕੀ ਆ ਕਿ ਜਿੱਥੇ ਆਪਾਂ ਨੂੰ ਇਨਪੁਟ ਕਰਨ ਤੇ ਕੋਈ ਵੀ ਚੇਂਜ ਨਹੀਂ ਆਉਂਦੀ, ਠੀਕ ਹੈ। ਡੈਡ ਸਪੇਸ ਇਜ਼ ਡਿਫਾਈਨਡ ਐਜ਼ ਦ ਰੇਂਜ ਆਫ ਡਿਫਰੈਂਟ ਇਨਪੁਟ ਵੈਲਿਊਜ਼ ਓਵਰ ਵਿਚ देयर इज नो चेंज इन द आउटपुट वैल्यू, ठीक है। दैट इज आवर डेड स्पेस। नेक्स्ट क्या है एरर्स।